जो ऐसे दीन दयाल सतगुरु चवर तख्त दे मालक ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਮੁਬਾਰਕ ਹਜ਼ੂਰੀ ਦੇ ਅੰਦਰ ਜੁੜ ਮਿਲ ਬੈਠ ਕੇ ਬੜੇ ਪ੍ਰੇਮ ਸਤਿਕਾਰ ਸਹਿਤ ਦੀਨ ਦੁਨੀਆ ਦੇ ਮਾਲਕ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੀ ਲਾਸਾਨੀ ਸ਼ਹਾਦਤ ਦੀ ਯਾਦ ਦੇ ਵਿੱਚ ਅੰਮ੍ਰਿਤ ਵੇਲੇ ਤੋਂ ਗੁਰੂ ਦੀ ਗੁਰਬਾਣੀ ਦੇ ਨਾਲ ਜੁੜ ਕੇ ਆਪਣੇ ਵਡਮੁੱਲੇ ਜਨਮ ਨੂੰ ਸਫਲ ਬਣਾਉਣ ਦਾ ਯਤਨ ਪਏ ਕਰ ਰਹੇ ਹਾਂ। ਗੁਰੂ ਸਾਹਿਬ ਜੀ ਦਾ ਸ਼ਹੀਦੀ ਪੁਰਬ ਅੱਜ ਸਾਰਾ ਸਿੱਖ ਜਗਤ ਤੇ ਨਾਨਕ ਨਾਮ ਲੇਵਾ ਸੰਗਤ ਬੜੇ ਪ੍ਰੇਮ ਦੇ ਨਾਲ ਤਿਨਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਮਨਾ ਰਹੇ ਹਨ। ਇੱਕ ਗਾਲਬ ਦਾ ਬੜਾ ਸੁੰਦਰ ਕਥਨ ਹੈ। ਉਹ ਕਹਿੰਦਾ ਹੈ, ਜਿਨਕੇ ਦਿਨ ਮਨਾਤੇ ਹੋ ਉਨਕੀ ਬਾतें ਵੀ ਮਾਨਾ ਕਰੋ। ਵੀ ਜਿਨ੍ਹਾਂ ਦੇ ਦਿਨਾਂ ਦੇ ਉੱਤੇ ਅਸੀਂ ਚੇਤੇ ਪਏ ਕਰਦੇ ਹਾਂ, ਜਿਨ੍ਹਾਂ ਦੀ ਸ਼ਹਾਦਤ ਨੂੰ ਯਾਦ ਪਏ ਕਰਦੇ ਹਾਂ, ਉਹਨਾਂ ਦੀ ਜੋ ਸਿਧਾਂਤ ਨੇ, ਉਹਨਾਂ ਦੇ ਜ਼ਿੰਦਗੀ ਦੇ ਵਿੱਚ ਰਹਿੰਦਿਆਂ ਹੋਇਆਂ ਜੋ ਸਾਨੂੰ ਸਿੱਖਿਆਵਾਂ ਦੇ ਗਏ ਨੇ, ਉਹਨਾਂ ਨੂੰ ਮੰਨਣਾ ਸਾਡੇ ਵਾਸਤੇ ਲਾਜ਼ਮੀ ਹੈ। ਅਸੀਂ ਗੁਰੂ ਸਾਹਿਬ ਜੀ ਦਾ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਦੋਂ ਸ਼ਹੀਦੀ ਪੁਰਬ ਆਉਂਦਾ ਤਾਂ ਅਸੀਂ ਇੱਕ ਪੰਕਤੀ ਨੂੰ ਬੜਾ ਦੁਹਰਾਉਂਦੇ ਹਾਂ, ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਇਸ ਪੰਕਤੀ ਨੂੰ ਸਮਝਣਾ, ਇਸ ਗੌਹ ਦੇ ਨਾਲ ਸਿਰਫ ਗੁਰਬਾਣੀ ਸਿਰਫ ਬੋਲਣ ਮਾਤਰ, ਪੜ੍ਹਨ ਮਾਤਰ ਨਹੀਂ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਤ ਗੁਰੂ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀ ਹੈ। ਇੱਕ ਪਾਣੀ ਜਿਹੜਾ ਹੈ ਨਾ, ਉਹ ਕਿਸੇ ਵੀ ਸਾਂਚੇ ਦੇ ਵਿੱਚ ਢਲ ਜਾਂਦਾ, ਉਹਨੂੰ ਗਲਾਸ ਦੇ ਵਿੱਚ ਪਾ ਦਿਓ, ਉਵੇਂ ਦਾ ਆਕਾਰ ਬਣ ਜਾਏਗਾ। ਜੱਗ ਦੇ ਵਿੱਚ ਪਾ ਦਿਓ, ਕਿਸੇ ਡਿਜ਼ਾਈਨਦਾਰ ਬੋਤਲ ਦੇ ਵਿੱਚ ਪਾ ਦਿਓ, ਉਵੇਂ ਦਾ ਆਕਾਰ ਬਣ ਜਾਏਗਾ। ਉਸ ਸਾਂਚੇ ਦੇ ਵਿੱਚ ਢਲ ਜਾਵੇਗਾ। ਜਿਹੜੀ ਕੋਮਲ ਚੀਜ਼ ਹੈ ਉਹ ਵੀ ਢਲ ਜਾਵੇਗੀ, ਸੌਫਟ ਜਿਹੜੀ ਚੀਜ਼ ਹੈ ਉਹ ਵੀ ਢਲ ਜਾਵੇਗੀ। ਕਿਸੇ ਨਾ ਕਿਸੇ ਸਾਂਚੇ ਦੇ ਵਿੱਚ, ਕਿਸੇ ਨਾ ਕਿਸੇ ਸ਼ੇਪ ਦੇ ਵਿੱਚ ਉਹ ਬਣ ਜਾਏਗੀ। ਤੇ ਸਤਿਗੁਰੂ ਜੀ ਕਹਿੰਦੇ ਨੇ, ਸਿੱਖ ਨੇ ਗੁਰਬਾਣੀ ਨੂੰ ਬਣਨਾ ਹੈ, ਭਾਵ ਉਹਦੇ ਸਾਂਚੇ ਦੇ ਵਿੱਚ ਪੈਣਾ ਹੈ। ਗੁਰਬਾਣੀ ਦੇ ਰਾਹੀਂ ਗੁਰਬਾਣੀ ਨੂੰ ਸੁਣਿਆ, ਤੇਰਾ ਕੀਆ ਮੀਠਾ ਲੱਗੈ ਹਰਨਾਮ ਪਦਾਰਥ ਨਾਨਕ ਮੰਗੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ, ਮੈਨੂੰ ਤੇਰਾ ਨਾਮ ਮਿੱਠਾ ਪਿਆ ਲੱਗਦਾ ਹੈ। ਪਰ ਉੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਿਰਪਾ ਪਏ ਕਰਦੇ ਨੇ ਵੀ ਕਿਹੜੇ ਕਿਹੜੇ ਰਸ ਸਾਨੂੰ ਚਿਮੜੇ ਹੋਏ ਨੇ। ਰਸ ਸੋਇਨੇ ਦਾ ਰਸ, ਰਸ ਆਪਣੇ ਰੂਪ ਦੇ ਅਹੰਕਾਰ ਦਾ ਰਸ, ਰਸ ਆਪਣੇ ਜਿਹੜਾ ਹੈ ਖਾਣ ਪੀਣ ਦਾ ਰਸ, ਰਸ ਜਿਹੜਾ ਹੈ ਆਪਣੇ ਕੱਪੜੇ ਪਹਿਨਣ ਦਾ ਰਸ। ਇਸ ਚੀਜ਼ ਦੇ ਉੱਤੇ ਰਸ ਲਈ ਜਾ ਰਹੇ ਹਾਂ ਕਿ ਮੈਂ ਅੱਜ ਜਿਹੜਾ ਹੈ ਬੜਾ ਸੁੰਦਰ ਵਸਤਰ ਪਾਇਆ, ਇਹਦੇ ਵਰਗਾ ਕੋਈ ਰਸ ਹੈ ਹੀ ਨਹੀਂ। ਉਹ ਹਉਮੈ ਦਾ ਅਹੰਕਾਰ ਦਾ ਰਸ ਹੈ। ਰਸ ਸੋਇਨਾ ਆਪਣੇ ਮਹਿਲ ਮਾੜੀਆਂ ਦਾ ਰਸ। ਰਸ ਘੋੜੇ ਜੇ ਗੱਲ ਕੀਤੀ ਹੈ ਤੇ ਉੱਥੇ ਆਪਣੀਆਂ ਗੱਡੀਆਂ ਲੈ ਲਈਏ, ਉਸ ਸਮੇਂ ਦੇ ਘੋੜੇ ਚੱਲਦੇ ਸਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ, ਕਰਤਾਰ ਨੂੰ ਭੁੱਲ ਕੇ ਤੇ ਤੂੰ ਐਸੇ ਰਸਾਂ ਕਸਾਂ ਦੇ ਵਿੱਚ ਪੈ ਗਿਆ ਹੈ। ਤੇ ਪਰ ਅਸੀਂ ਫਿਰ ਵੀ ਪੜ੍ਹ ਰਹੇ ਹਾਂ, ਕਿਉਂਕਿ ਗੁਰਬਾਣੀ ਜਿਹੜੀ ਹੈ ਨਾ, ਕਿਤੇ ਉਹ ਕਿਨਕਾ ਏਕ ਜਿਸ ਜੀ ਬਸਾਵੇ ਤਾਂ ਕਿ ਮਹਿਮਾ ਗਨੀ ਨਾ ਪੈ। ਸਾਹਿਬਾਂ ਦੇ ਅੱਗੇ ਅਰਦਾਸ ਕਰੀਏ, ਮੇਰੇ ਮਾਲਕਾ ਗੁਰਬਾਣੀ ਨੂੰ ਪੜ੍ਹ ਰਹੇ ਹਾਂ, ਕਿਤੇ ਨਾ ਕਿਤੇ ਜਾ ਕੇ ਤੇ ਅਸਰ ਹੋਏਗਾ ਨਾ। ਸਾਹਿਬ ਜੀ ਨਿਤਨੇਮ ਨਾ ਮੇਰੇ ਤੋਂ ਛੁਡਾਓ, ਕਿਤੇ ਨਾ ਕਿਤੇ ਜਾ ਕੇ ਤੇ ਇਸ ਹਿਰਦੇ ਘਰ ਦੇ ਅੰਦਰ ਅਨੇਕਾਂ ਰਸ ਨੇ, ਕਿਤੇ ਗੁਰਬਾਣੀ ਦਾ ਰਸ ਵੀ ਆ ਜਾਏਗਾ। ਤੇ ਜਦੋਂ ਗੁਰਬਾਣੀ ਦਾ ਰਸ ਆ ਗਿਆ, ਤੇਰਾ ਕੀਆ ਮੀਠਾ ਲੱਗੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਜੀਵਨ ਜਿਹੜਾ ਹੈ ਨਾ, ਜਦੋਂ ਅਸੀਂ ਇਤਿਹਾਸ ਨੂੰ ਪੜ੍ਹਦੇ ਹਾਂ, ਇੱਕ ਸੰਘਰਸ਼ਸ਼ੀਲ ਜੀਵਨ ਹੈ। ਤੇ ਜਿੱਥੇ ਭੱਟ ਸਾਹਿਬ ਜੀ ਕਹਿੰਦੇ ਨੇ ਨਾ, ਤੈ ਜਨਮਤ ਗੁਰਮਤ ਬ੍ਰਹਮ ਪਛਾਣਿਓ, ਵੀ ਜਨਮ ਤੋਂ ਹੀ ਜਿਹੜਾ ਹੈ ਤੁਸੀਂ ਬ੍ਰਹਮ ਨੂੰ ਪਛਾਣ ਲਿਆ। ਕਿਉਂਕਿ ਨਾਨਾ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਤੇ ਦੋਤਾ ਬਾਣੀ ਕਾ ਬਹੁਤਾ ਕਹਿ ਦਿੱਤਾ ਸੀ।
ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਗੋਦ ਦੇ ਵਿੱਚ ਬਿਠਾ ਕੇ। ਤੇ ਉੱਥੇ ਹੀ ਜਿਹੜਾ ਜਦੋਂ ਅਸੀਂ ਗੱਲ ਪਏ ਕਰਦੇ ਹਾਂ ਗੁਰਬਾਣੀ ਦੀ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਜਿਹੜਾ ਹੈ ਗੁਰਬਾਣੀ ਦੇ ਰੂਪ ਦੇ ਵਿੱਚ ਅਸੀਂ ਪੜ੍ਹਨਾ ਹੈ। ਸਰੀਰ ਦੇ ਰੂਪ ਦੇ ਵਿੱਚ ਨਹੀਂ, ਤਸਵੀਰ ਦੇ ਰੂਪ ਦੇ ਵਿੱਚ ਨਹੀਂ, ਗੁਰਬਾਣੀ ਦੇ ਰੂਪ ਦੇ ਵਿੱਚੋਂ। ਸਤਿਗੁਰੂ ਕੀ ਬਾਣੀ ਸਤ ਸਰੂਪ ਹੈ। ਗੁਰਬਾਣੀ ਦੇ ਵਿੱਚੋਂ ਗੁਰਬਾਣੀ ਬਣੀ ਹੈ, ਵੈਸਾ ਤੂੰ ਬਣ ਜਾਵੇਂਗਾ। ਤੇ ਜਿਨ੍ਹਾਂ ਨੇ ਜਪਿਆ ਹੈ ਨਾ, ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਪਰਥਾਏ ਉਹਨਾਂ ਨੇ ਗੱਲ ਵੀ ਕਹਿ ਦਿੱਤੀ, ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾਇਓ। ਜਿਹੜੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਗੁਰਬਾਣੀ ਦੇ ਬੇੜੇ ਦੇ ਵਿੱਚ ਬੈਠ ਗਏ, ਉਹਨਾਂ ਨੇ ਇਸ ਗੱਲ ਨੂੰ ਬੜਾ ਜਿਹੜੇ ਤਰੀਕੇ ਦੇ ਨਾਲ ਜਿਹੜਾ ਹੈ ਸਾਨੂੰ ਭੱਟ ਸਾਹਿਬਾਨਾਂ ਨੇ ਬੜਾ ਸੁੰਦਰ ਤਰੀਕੇ ਨਾਲ ਬਿਆਨ ਕੀਤਾ ਹੈ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਵਿੱਚ ਤੇ ਉਸ ਪ੍ਰਮਾਤਮਾ ਹਰੀ ਦੇ ਵਿੱਚ ਕੋਈ ਭੇਦ ਨਹੀਂ ਹੈ। ਜਦੋਂ ਸਾਈਂ ਮੀਆਂ ਮੀਰ ਜਿਹੜਾ ਹੈ ਨਾ, ਉਹ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਹੁੰਦੇ ਸਾਹਮਣੇ ਦੇਖ ਰਹੇ ਨੇ ਨਾ, ਤੇ ਉਹਨਾਂ ਨੇ ਕਥਨ ਕੀਤਾ, ਕਹਿਣ ਲੱਗੇ ਤੁਸੀਂ ਕਹੋ ਤੇ ਇਸ ਲਾਹੌਰ ਦੀ ਇੱਟ ਨਾਲ ਇੱਟ ਵਰਜਾ ਦੇਵਾਂਗੇ, ਧਰਤੀ ਪੁੱਠੀ ਕਰ ਦਿੰਦੇ ਆ। ਕਹਿਣ ਲੱਗੇ ਨਹੀਂ ਸਾਈਂ ਜੀ, ਇੱਦਾਂ ਨਹੀਂ ਕਰਨਾ, ਇਹ ਉਸ ਅਕਾਲ ਪੁਰਖ ਪਰਮਾਤਮਾ ਜੀਆਂ ਦੇ ਹੁਕਮ ਦੀ ਅਬਦੂਲੀ ਹੋਵੇ, ਅਸੀਂ ਉਹਨਾਂ ਦੇ ਹੁਕਮ ਤੋਂ ਮੁਨਕਰ ਨਹੀਂ ਹੋਣਾ। ਤੇ ਉਹ ਇਸ ਗੱਲ ਨੂੰ ਕਹਿ ਉੱਠਿਆ ਸੀ, ਕਹਿਣ ਲੱਗਾ ਗੁਰੂ ਅਰਜਨ ਖੁਦਾ ਦਾ ਰੂਪ, ਖੁਦਾ ਵਰਗਾ ਹੀ ਅਡੋਲ ਹੈ। ਗੁਰੂ ਅਰਜਨ ਜਿਹੜੇ ਨੇ ਉਹ ਖੁਦਾ ਦਾ ਰੂਪ ਨੇ ਤੇ ਖੁਦਾ ਵਰਗੇ ਅਡੋਲ ਨੇ। ਜਿੱਦਾਂ ਰੱਬ ਨੂੰ ਕਿਸੇ ਦਾ ਜਿਹੜਾ ਹੈ ਕੋਈ ਭੈ ਨਹੀਂ ਹੈ, ਕੋਈ ਡਰ ਨਹੀਂ ਹੈ, ਉਹ ਅਡੋਲ ਹੈ ਰੱਬ। ਤੇ ਜੀਵਨ ਜਿਹੜਾ ਹੈ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਸੰਘਰਸ਼ਸ਼ੀਲ ਜੀਵਨ ਆਪ ਜੀ ਦੇ ਨਾਲ ਥੋੜਾ ਜਿਹਾ ਸੰਖੇਪ ਰੂਪ ਦੇ ਵਿੱਚ ਬਿਆਨ ਕਰ ਲਈਏ। ਪੰਛੀ ਚਾਤ ਪਾਣੀ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਘਰ ਤੋਂ ਹੀ ਵਿਰੋਧਤਾ ਉੱਠੀ। ਪ੍ਰਿਥੀ ਚੰਦ ਵਰਗਿਆਂ ਨੇ ਵਿਰੋਧਤਾ ਕੀਤੀ। ਗੁਰੂ ਘਰ ਦੇ ਲੰਗਰ ਵੀ ਮਸਤਾਨੇ ਹੋ ਚੁੱਕੇ ਸਨ ਇੱਕ ਵਾਰੀ ਤੇ, ਕਿਉਂਕਿ ਪ੍ਰਿਥੀ ਚੰਦ ਜੋ ਵੀ ਸਿੱਖ ਸੰਗਤ ਰਸਤਾ ਲੈ ਕੇ ਆਉਂਦੀ ਸੀ, ਉਹਨਾਂ ਨੂੰ ਅੰਮ੍ਰਿਤਸਰ ਸ਼ਹਿਰ ਤੋਂ ਬਾਹਰ ਹੀ ਰੋਕ ਲਿਆ ਕਰਦਾ ਸੀ ਵੀ ਇਹ ਗੱਦੀ ਮੈਨੂੰ ਮਿਲੀ ਹੈ। ਹੁਣ ਜਿਹੜਾ ਦੂਰ ਦਰਾਡਿਆਂ ਤੋਂ ਆ ਰਿਹਾ ਹੈ ਉਸ ਨੂੰ ਇਸ ਗੱਲ ਦਾ ਗਿਆਤ ਨਹੀਂ, ਤੇ ਉਹ ਵੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸਪੁੱਤਰ ਕਰਕੇ ਉਹਨਾਂ ਨੂੰ ਮੱਥਾ ਵੀ ਟੇਕ ਦਿੰਦੇ ਸਨ ਤੇ ਰਸਤਾ ਵੀ ਦੇ ਦਿੰਦੇ ਸਨ। ਇੱਥੋਂ ਤੱਕ ਜਿਹੜਾ ਹੈ ਨਾ, ਗੁਰੂ ਘਰ ਦੇ ਲੰਗਰ ਇੰਨੇ ਮਸਤਾਨੇ ਹੋ ਚੁੱਕੇ ਸਨ, ਛੋਲੇ ਖਾ ਕੇ ਜਿਹੜਾ ਹੈ ਉਹ ਛੋਲੇ ਵਰਤਾਇਆ ਕਰਦੇ ਸਨ ਗੁਰੂ ਸਾਹਿਬ ਜੀ। ਪਰ ਗਿਲਾ ਨਹੀਂ ਕੀਤਾ, ਵਿਰੋਧ ਨਹੀਂ ਕੀਤਾ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਫਿਰ ਭਾਈ ਗੁਰਦਾਸ ਜੀ ਨੇ, ਬਾਬਾ ਬੁੱਢਾ ਸਾਹਿਬ ਜੀ ਨੇ ਜਿਹੜਾ ਸੰਗਤ ਨੂੰ ਸੁਚੇਤ ਕੀਤਾ। ਜਦੋਂ ਸੰਗਤ ਸੁਚੇਤ ਹੋਈ, ਫਿਰ ਜਿਹੜੇ ਨੇ ਲੰਗਰ ਚੱਲਣ ਲੱਗ ਪਏ। ਹੁਣ ਘਰ ਦੇ ਵਿੱਚ ਹੋਰ ਵਿਰੋਧਤਾ ਜਿਹੜੀ ਹੈ, ਕਿਵੇਂ ਪ੍ਰਿਥੀ ਚੰਦ ਦੀ ਜਿਹੜੀ ਹੈ ਘਰ ਵਾਲੀ, ਉਹ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਜਿਹੜਾ ਹੈ ਉਹ ਮਿਹਣੇ ਪਿਆ ਮਾਰਿਆ ਕਰਦੀ ਸੀ। ਉਹਨਾਂ ਦੇ ਘਰ ਸੰਤਾਨ ਕੋਈ ਨਹੀਂ, ਵੀ ਹੁਣ ਤੁਹਾਨੂੰ ਤੇ ਗੱਦੀ ਮਿਲ ਗਈ ਹੈ, ਤੁਹਾਡੇ ਘਰ ਕੋਈ ਸੰਤਾਨ ਨਹੀਂ, ਹੁਣ ਗੱਦੀ ਅਗਲੀ ਮੇਰੇ ਪੁੱਤਰ ਨੂੰ ਮਿਲੇਗੀ। ਬੜਾ ਕੁਝ ਸਹਿਆ ਗੁਰੂ ਸਾਹਿਬ ਜੀ ਨੇ, ਬੜਾ ਕੁਝ ਹੰਢਾਇਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਅਵਤਾਰ ਧਾਰਿਆ ਨਾ, ਉਸ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਜਿਹੜਾ ਹੈ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪ੍ਰਿਥੀ ਚੰਦ ਵੱਲੋਂ, ਪਰ ਰੱਬ ਦਾ ਭਾਣਾ ਮਿੱਠਾ ਕਰਕੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਮੰਨੀ ਗਏ ਵੀ ਗੋਬਿੰਦ ਜਿਹੜਾ ਹੈ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਉਸ ਨੂੰ ਗੋਬਿੰਦ ਰੱਖਣ ਵਾਲਾ ਹੈ, ਉਹ ਹਰੀ ਰੱਖੇਗਾ। ਇਸੇ ਤਰੀਕੇ ਦੇ ਨਾਲ ਜਿਹੜੀ ਵਿਰੋਧਤਾ ਹੋਰ ਵੱਧਦੀ ਗਈ, ਚੰਦੂ ਦੀ ਲੜਕੀ ਦਾ ਰਿਸ਼ਤਾ ਮੋੜਿਆ ਗਿਆ, ਇੱਕ ਉਹ ਵੀ ਵਿਰੋਧਤਾ ਦਾ ਕਾਰਨ ਬਣਿਆ, ਗੁਰੂ ਸਾਹਿਬ ਜੀ ਦੀ ਸ਼ਹੀਦੀ ਦਾ ਕਾਰਨ ਬਣਿਆ। ਚੰਦੂ ਦੀ ਜਿਹੜਾ ਹੈ ਲੜਕੀ ਦਾ ਰਿਸ਼ਤਾ ਵਾਪਸ ਕਰ ਦਿੱਤਾ ਗਿਆ, ਕਿਉਂਕਿ ਉਸਨੇ ਇਹ ਕਿਹਾ ਸੀ ਕਿ ਤੁਸੀਂ ਚੁਬਾਰੇ ਦੀ ਟਮੋਰੀ ਨੂੰ ਲਾਇਓ। ਉਸਨੇ ਹੰਕਾਰ ਮਤੇ ਇਹ ਗੱਲਾਂ ਕਹੀਆਂ। ਜਹਾਂਗੀਰ ਦੀ ਜਿਹੜੀ ਹੈ ਜ਼ਹਿਰ ਉਗਲਦੀ ਤਵਾਰੀਖ ਜਿਹੜੀ ਹੈ, ਉਸਨੇ ਆਪਣੀ ਬਾਇਓਗ੍ਰਾਫੀ ਤੁਜ਼ਕੇ ਜਹਾਂਗੀਰੀ ਦੇ ਅੰਦਰ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਤੇ ਗੁਰੂ ਨਾਨਕ ਦੇ ਦਰ ਨੂੰ ਬੜਾ ਬੁਰਾ ਭਲਾ ਕਿਹਾ। ਉਸਨੇ ਇਹ ਕਿਹਾ ਉਹਦਾ ਜ਼ਹਿਰ ਉਗਲਦਾ ਹੋਇਆ ਇਹ ਗੱਲ ਕਹਿ ਰਿਹਾ ਹੈ। ਕਹਿਣ ਲੱਗਾ ਵੀ ਇਹ ਜਿਹੜਾ ਹੈ 4 ਪੁਸਤਾਂ ਤੋਂ ਬੜਾ ਇਹਨਾਂ ਦਾ ਜਿਹੜਾ ਹੈ ਹੱਟੀ ਇਹਨਾਂ ਦੀ ਗਰਮ ਹੋਈ ਪਈ ਹੈ। ਕਈ ਹਿੰਦੂ ਜਿਹੜੇ ਨੇ ਇਹਨਾਂ ਦੇ ਜਿਹੜੇ ਨੇ ਉਹ ਸਿੱਖ ਬਣਦੇ ਪਏ ਨੇ, ਕਈ ਭੁੱਲਣ ਕੱਖੇ ਮੂਰਖ ਮੁਸਲਮਾਨ ਵੀ ਜਿਹੜੇ ਨੇ ਇਹਨਾਂ ਦੇ ਸਿੱਖ ਬਣਦੇ ਪਏ। ਇਹੋ ਜਿਹੀਆਂ ਗੱਲਾਂ ਕਹੀਆਂ। ਕਹਿਣ ਲੱਗਾ ਮੈਂ ਬੜੇ ਟਾਈਮ ਤੋਂ ਚਾਹੁੰਦਾ ਸਾਂ ਵੀ ਇਸ ਹੱਟੀ ਨੂੰ ਬੰਦ ਕੀਤਾ ਜਾਵੇ, ਇਹਨਾਂ ਦੇ ਪੈਰੋਕਾਰ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖਤਮ ਕੀਤਾ ਜਾਵੇ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਸੰਪਾਦਨਾ ਵੀ ਜਿਹੜੀ ਹੈ ਇੱਕ ਕਾਰਨ ਬਣੀ, ਕਿਉਂਕਿ ਉੱਥੇ ਕਾਨਾ, ਪੀਲੂ ਤੇ ਸਿੱਜੂ ਵਰਗੇ ਜਿਹੜੇ ਨਾ ਉਹ ਵੀ ਆਪਣੇ ਆਪ ਨੂੰ ਭਗਤ ਅਖਵਾਉਣ ਵਾਲੇ ਗੁਰੂ ਸਾਹਿਬ ਜੀ ਦੇ ਕੋਲ ਆਏ। ਕਹਿਣ ਲੱਗੇ ਸਾਡੀ ਵੀ ਬਾਣੀ ਦਰਜ ਕਰ ਲਓ, ਪਰ ਗੁਰੂ ਸਾਹਿਬ ਵੀ ਮਨਾ ਕਰ ਦਿੱਤਾ। ਕਹਿਣ ਲੱਗੇ ਤੁਹਾਡੀ ਬਾਣੀ ਦੇ ਅੰਦਰ ਅਹੰਕਾਰ ਝਲਕ ਰਿਹਾ ਹੈ,
ਇਹ ਤੁਹਾਡੀ ਬਾਣੀ ਅਸੀਂ ਜਿਹੜਾ ਹੈ ਪ੍ਰਵਾਨ ਨਹੀਂ ਕਰਾਂਗੇ। ਉਹ ਵੀ ਇੱਕ ਵਿਰੋਧਤਾ ਦਾ ਕਾਰਨ ਬਣਿਆ। ਉਦੋਂ ਬ੍ਰਾਹਮਣ ਜਿਹੜੇ ਸਨ ਉਹਨਾਂ ਨੇ ਜਿਹੜਾ ਹੈ ਬੀਰਬਲ, ਅਸੀਂ ਬੜਾ ਉਹਦੇ ਬਾਰੇ ਸੁਣਿਆ ਹੈ, ਪਰ ਉਹ ਵੀ ਇੱਕ ਕਾਰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੀ ਸ਼ਹੀਦੀ ਦਾ ਬਣਿਆ, ਜਿਹਦਾ ਨਾਮ ਮਹੇਸ਼ ਦਾਸ ਸੀ। ਬੀਰਬਲ ਦਾ ਨਾਮ ਮਹੇਸ਼ ਦਾਸ ਸੀ। ਉਹਨੇ ਵੀ ਜਿਹੜੀਆਂ ਬਣੀਆਂ ਜਹਾਂਗੀਰ ਨੂੰ ਜਿਹੜੀਆਂ ਨੇ ਉਹ ਬੁਰੀਆਂ ਭਲੀਆਂ ਗੱਲਾਂ ਕਹੀਆਂ, ਗੁਰੂ ਸਾਹਿਬ ਜੀ ਦੇ ਵਿਰੁੱਧ ਭੜਕਾਇਆ। ਉਧਰੋਂ ਸ਼ੇਖ ਅਹਿਮਦ ਸਰਹੱਦੀ ਨੇ ਵੀ ਜਿਹੜਾ ਗੁਰੂ ਸਾਹਿਬ ਜੀ ਦੇ ਵਿਰੁੱਧ ਭੜਕਾਇਆ। ਸ਼ੇਖ ਅਹਿਮਦ ਸਰਹੱਦੀ ਦੀ ਜਿਹੜੀ ਇੱਕ ਯਾਦ ਜਿਹੜੀ ਹੈ ਨਾ ਕਬਰ, ਉਹ ਸਰਹੰਦ ਵਿਖੇ ਬਣੀ ਹੋਈ ਹੈ। ਜਦੋਂ ਕਿਤੇ ਸਰਹੰਦ ਸਾਹਿਬ ਦੀ ਧਰਤੀ ਦੇ ਉੱਤੇ ਜਾਓ ਨਾ, ਤੇ ਜਿੱਥੇ ਗੁਰੂ ਘਰ ਹੈ, ਉੱਥੋਂ ਜਦੋਂ ਅਸੀਂ ਪਰਲੇ ਬੰਨੇ ਨੂੰ ਜਾਂਦੇ ਹਾਂ ਨਾ, ਜਦੋਂ ਖਰੜ ਵੱਲ ਨੂੰ ਜਾਈਦਾ, ਤਾਂ ਉਹ ਰੇਲਵੇ ਫਾਟਕ ਤੋਂ ਨਾਲ ਹੀ ਜਿਹੜੀ ਹੈ ਉਹ ਬਣੀ ਹੋਈ ਹੈ ਬਹੁਤ ਵੱਡੀ ਮਸਜਿਦ, ਇੱਕ ਹੀ ਬਣੀ ਹੈ ਉੱਥੇ, ਤੇ ਉਸੇ ਦੀ ਹੈ ਸ਼ੇਖ ਅਹਿਮਦ ਸਰਹੱਦੀ ਦੀ, ਜਿਹਨੇ ਜਿਹੜਾ ਇਹ ਬੜਾ ਭੜਕਾਊ ਜਿਹੜੇ ਨੇ ਜਹਾਂਗੀਰ ਦੇ ਕੰਨ ਭਰੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਜਿਹੜਾ ਹੈ ਉਹ ਖੁਦਾ ਦੇ ਬਾਰੇ ਉਲਟਾ ਲਿਖਿਆ ਹੋਇਆ, ਹਜ਼ਰਤ ਮੁਹੰਮਦ ਸਾਹਿਬ ਬਾਰੇ ਕੁਝ ਨਹੀਂ ਲਿਖਿਆ, ਉਹਨਾਂ ਦੀ ਤਾਰੀਫ ਦੇ ਵਿੱਚ ਕੁਝ ਨਹੀਂ ਲਿਖਿਆ। ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ ਉਹ ਵਿਰੋਧਤਾ ਦਾ ਕਾਰਨ ਬਣੀਆਂ। ਤੇ ਜਦੋਂ ਇੱਕ ਬਹਾਨਾ ਚਾਹੀਦਾ ਹੁੰਦਾ ਹੈ, ਇੱਕ ਬਹਾਨਾ ਜਹਾਂਗੀਰ ਦਾ ਪੁੱਤਰ ਖੁਸਰੋ ਬਣਿਆ ਵੀ ਉਹਨੂੰ ਜਿਹੜਾ ਹੈ ਗੁਰੂ ਸਾਹਿਬ ਜੀ ਦੇ, ਜਿਵੇਂ ਜਹਾਂਗੀਰ ਦੇ ਪੁੱਤਰ ਖੁਸਰੋ ਨੇ ਜਿਹੜੀ ਬਗਾਵਤ ਕਰ ਦਿੱਤੀ ਸੀ, ਬਾਕੀ ਹੋ ਗਿਆ ਸੀਗਾ, ਤੇ ਜਿਹੜਾ ਵੀ ਉਹਦੀ ਹੈਲਪ ਕਰ ਰਿਹਾ ਸੀ ਉਹਨੂੰ ਜਹਾਂਗੀਰ ਮਾਰ ਰਿਹਾ ਸੀ ਵੀ ਇਹਦੀ ਕਿਹਨੇ ਜਿਹੜੀ ਹੈ ਸਹਾਇਤਾ ਕੀਤੀ ਹੈ। ਤੇ ਉਧਰੋਂ ਇੱਕ ਝੂਠਾ ਕੇਸ ਬਣਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਲਾਹੌਰ ਵਿਖੇ ਲੈ ਕੇ ਆਂਦਾ ਗਿਆ ਵੀ ਤੁਸੀਂ ਖੁਸਰੋ ਦੀ ਜਿਹੜੀ ਹੈ ਉਹ ਮਦਦ ਕੀਤੀ ਹੈ, ਤੇ ਹੋਰ ਵੀ ਤੁਹਾਡੇ ਉੱਤੇ ਤੁਸੀਂ ਚੰਦੂ ਦੀ ਲੜਕੀ ਦਾ ਰਸਤਾ ਮੋੜਿਆ। ਤੇ ਇਸੇ ਤਰੀਕੇ ਦੇ ਨਾਲ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਨਾਲ ਭਾਈ ਜੇਠਾ ਜੀ, ਭਾਈ ਬਿਧੀ ਚੰਦ ਜੀ, ਭਾਈ ਲਹਿਣਾ ਜੀ, ਭਾਈ ਲੰਗਾਹ ਜੀ, ਇਹ ਜਿਹੜੇ ਨੇ ਗੁਰਸਿੱਖ, ਇਹ ਗੁਰੂ ਸਾਹਿਬ ਜੀ ਦੇ ਨਾਲ ਗਏ ਸਨ। ਤੇ ਜਦੋਂ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਲੱਗੇ ਨਾ, ਕਾਨੂੰਨ ਯਾਸ਼ਾ ਦੇ ਤਹਿਤ ਜਿਹੜਾ ਹੈ ਉਹਨਾਂ ਨੂੰ ਸ਼ਹੀਦ ਕਰਨ ਦਾ ਜਿਹੜਾ ਫਤਵਾ ਸੁਣਾਇਆ ਗਿਆ। ਯਾਸ਼ਾ ਕਾਨੂੰਨ ਇਹ ਕਹਿੰਦਾ ਹੈ ਵੀ ਕਿਸੇ ਵੀ ਫਕੀਰ ਜਾਂ ਰੱਬੀ ਬੰਦੇ ਨੂੰ ਤੁਸੀਂ ਸ਼ਹੀਦ ਕਰਨਾ ਹੈ, ਉਹਦਾ ਕਤਲ ਕਰਨਾ ਹੈ, ਤਾਂ ਉਹਦੀ ਜਿਹੜੀ ਹੈ ਬੂੰਦ ਦਾ ਇੱਕ ਕਤਰਾ ਵੀ ਜਿਹੜਾ ਹੈ ਉਹ ਧਰਤੀ ਦੇ ਉੱਤੇ ਡਿੱਗਣਾ ਨਹੀਂ ਚਾਹੀਦਾ। ਜੇ ਬੂੰਦ ਦਾ ਕਤਰਾ ਧਰਤੀ ਦੇ ਉੱਤੇ ਡਿੱਗ ਗਿਆ, ਉਸ ਬੂੰਦ ਦੇ ਕਤਰੇ ਦੇ ਵਿੱਚੋਂ ਕਈ ਜਿਹੜੇ ਨੇ ਸ਼ਹੀਦ ਪੈਦਾ ਹੋਣਗੇ। ਇਸੇ ਤਰੀਕੇ ਦੇ ਨਾਲ ਗੁਰੂ ਸਾਹਿਬ ਜੀ ਨੂੰ ਲਾਹੌਰ ਵਿਖੇ ਜਿਹੜਾ ਹੈ ਉਹ ਤਤੀ ਤਵੀ ਦੇ ਉੱਤੇ ਬਿਠਾ ਕੇ, ਪਰ ਉਸ ਤੋਂ ਪਹਿਲਾਂ ਉਹਨਾਂ ਨੂੰ ਜਿਹੜਾ 3 ਸ਼ਰਤਾਂ ਰੱਖੀਆਂ ਗਈਆਂ। ਕਹਿਣ ਲੱਗੇ ਵੀ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹਜ਼ਰਤ ਮੁਹੰਮਦ ਦੇ ਸੰਬੰਧ ਦੇ ਵਿੱਚ, ਉਹਨਾਂ ਦੀ ਸ਼ਾਨ ਦੇ ਵਿੱਚ ਕੁਝ ਲਿਖੋ, ਇਸਲਾਮ ਦੀ ਸ਼ਾਨ ਦੇ ਵਿੱਚ ਕੁਝ ਲਿਖੋ, ਤੇ ਇੱਕ ਚੰਦੂ ਦੀ ਜਿਹੜੀ ਲੜਕੀ ਦਾ ਉਹਦਾ ਰਿਸ਼ਤਾ ਮਨਜ਼ੂਰ ਕਰੋ। ਇਹ ਜਿਹੜੀਆਂ ਨੇ ਕੁਝ ਗੱਲਾਂ, ਤੇ ਤੁਸੀਂ ਇਸਲਾਮ ਧਾਰਨ ਕਰ ਲਓ, ਇਹ ਗੱਲਾਂ ਕਹੀਆਂ ਗਈਆਂ। ਪਰ ਗੁਰੂ ਸਾਹਿਬ ਜੀ ਨੇ ਇਸ ਤੋਂ ਇਨਕਾਰ ਕਰ ਦਿੱਤਾ ਗਿਆ, ਤੇ ਗੁਰੂ ਸਾਹਿਬ ਜੀ ਨੂੰ ਪਹਿਲਾਂ ਤਤੀ ਤਵੀ ਦੇ ਉੱਤੇ ਬਿਠਾ ਦਿੱਤਾ ਗਿਆ, ਫਿਰ ਗਰਮ ਰੇਤਾ ਜਿਹੜਾ ਸੀਸ ਦੇ ਉੱਤੇ ਪਾਇਆ। ਗੁਰੂ ਸਾਹਿਬ ਜੀ ਦਾ ਮਾਸ ਜਿਹੜਾ ਹੈ ਉਹ ਅਲੱਗਾ ਹੁੰਦਾ ਗਿਆ, ਤੇ ਇਸੇ